ਸਤਿ ਸ੍ਰੀ ਅਕਾਲ ਜੀ। ਅੱਜ ਜਦੋਂ ਕਰੋਨਾ ਵਾਇਰਸ ਬੇਕਾਬੂ ਹੋਇਆ ਪਿਆ ਮੁਲਕ ਭਰ ਦੇ ਵਿੱਚ, ਕਿਹੋ ਜੀਆਂ ਡਰਾਉਣੀਆਂ ਖਬਰਾਂ ਸੁਣ ਰਹੇ ਹਾਂ ਆਪਾਂ, ਤਾਂ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਹ ਵੀ ਬਹੁਤ ਖਤਰਨਾਕ ਨੇ। ਖਾਸ ਤੌਰ ਦੇ ਉੱਤੇ ਲੋਕ ਚੁਫੇਰੇ ਤੋਂ ਘਿਰੇ ਨੇ। ਇੱਕ ਤਾਂ ਕਰੋਨਾ ਵਾਇਰਸ ਦਾ ਡਰ ਉਹਨਾਂ ਨੂੰ ਬਹੁਤ ਸਤਾ ਰਿਹਾ। ਪ੍ਰਾਈਵੇਟ ਹਸਪਤਾਲਾਂ ਦੇ ਵੱਲੋਂ ਕੀਤੀ ਜਾ ਰਹੀ ਵੱਡੇ ਪੱਧਰ ਦੇ ਉੱਤੇ ਜਿਹੜੀ ਲੁੱਟ ਹੈ, ਉਹਦੇ ਤੋਂ ਲੋਕ ਤਰਾਹ ਤਰਾਹ ਕਰ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਵੈਂਟੀਲੇਟਰਾਂ ਦਾ ਮਾਮਲਾ ਸਾਹਮਣੇ ਜਿਹੜਾ ਹਾਈਲਾਈਟ ਕੀਤਾ ਕੁਝ ਸੱਜਣਾ ਨੇ ਫਰੀਦਕੋਟ ਤੋਂ। ਉਹ ਮਾਮਲਾ ਉਂਝ ਵੈਸੇ ਬੇਸ਼ੱਕ ਮੁਲਕ ਭਰ ਦੇ, ਤੁਸੀਂ ਕਹ ਲਓ ਕਿ ਮੁਲਕ ਦਾ ਇੱਕ ਇਸ਼ੂ ਬਣ ਗਿਆ। ਉਹਦੇ ਬਾਵਜੂਦ ਕੀ ਕਿਸੇ ਨੇ ਦੇਖਿਆ ਕਿ ਇਹਨਾਂ ਵੈਂਟੀਲੇਟਰਸ ਨੂੰ ਰਿਪੇਅਰ ਕਰਵਾ ਕੇ ਚਾਲੂ ਕਰ ਲਿਆ ਹੋਵੇ? ਨਹੀਂ। ਚਾਹੇ ਉਹ ਫਰੀਦਕੋਟ ਦੇ ਵਿੱਚ ਬੰਦ ਪਏ ਵੈਂਟੀਲੇਟਰ ਨੇ, ਚਾਹੇ ਅੰਮ੍ਰਿਤਸਰ ਦੇ ਵਿੱਚ ਖਰਾਬ ਪਏ ਵੈਂਟੀਲੇਟਰ ਨੇ, ਚਾਹੇ ਪਟਿਆਲੇ ਦੇ ਵਿੱਚ ਖਰਾਬ ਪਏ ਵੈਂਟੀਲੇਟਰ ਨੇ, ਬਰਨਾਲੇ ਦੇ ਵਿੱਚ ਖਰਾਬ ਪਏ ਵੈਂਟੀਲੇਟਰ ਨੇ, ਸਾਰੇ ਜਗ੍ਹਾ ਦੇ ਉੱਤੇ ਉਹਨਾਂ ਦੇ ਬਾਰੇ 'ਚ ਕੀਤਾ ਕੁਛ ਨਹੀਂ ਗਿਆ। ਰੌਲਾ ਪਿਆ। ਸਰਕਾਰ ਵੀ ਇਹ ਸਮਝਦੀ ਆ 2-4 ਦਿਨ ਰੌਲਾ ਪਊਗਾ, ਉਸ ਤੋਂ ਬਾਅਦ ਆਪੇ ਚੁੱਪ ਕਰ ਜਾਣਗੇ। ਲੋਕ ਫਾਸੀ ਇੰਨੇ ਬੁਰੇ ਗਏ। ਅੱਜ ਵੱਡਾ ਚਰਚਾ ਜਿਹੜਾ ਹੋ ਰਿਹਾ ਉਹ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲੋਕਾਂ ਦੀ ਹੋ ਰਹੀ ਲੁੱਟ ਹੈ। ਲੋਕ ਵਿਚਾਰੇ ਦੱਸਦੇ ਨਹੀਂ, ਜਿਨ੍ਹਾਂ ਦੇ ਘਰ ਦਾ ਜੀ ਇਸ ਦੁਨੀਆ ਤੋਂ ਤੁਰ ਜਾਂਦਾ, ਬੁੱਕ ਪੈਸਿਆਂ ਦਾ ਉਹਨਾਂ ਦੇ ਦਿੱਤਾ ਹੁੰਦਾ, ਦੁੱਖ ਦੇ ਵਿੱਚ ਇੰਨੇ ਚਲੇ ਜਾਂਦੇ ਆ, ਉਹ ਕਹਿੰਦੇ ਆ ਛੱਡੋ, ਪਰਮਾਤਮਾ ਨੇ ਇਸ ਤਰ੍ਹਾਂ ਹੀ ਲਿਖਿਆ ਸੀ। ਇਹ ਕਹਿ ਕੇ ਪਰਮਾਤਮਾ ਦਾ ਭਾਣਾ ਉਹ ਮੰਨ ਲੈਂਦੇ ਆ। ਪ੍ਰਾਈਵੇਟ ਹਸਪਤਾਲਾਂ ਨੂੰ ਨੱਥ ਨਹੀਂ ਪੈ ਰਹੀ। ਹਾਲਾਤ ਇੱਥੋਂ ਤੱਕ ਨੇ ਕਿ ਸਿਹਤ ਮੰਤਰੀ ਹੋਰਾਂ ਨੂੰ ਅੱਜ ਸਵੇਰੇ ਫਸਿਆਂ ਹੋਇਆਂ ਨੂੰ ਇਹ ਕਹਿਣਾ ਪੈ ਗਿਆ ਕਿ ਮੈਂ ਆਪਣਾ ਪਰਸਨਲ ਫੋਨ ਨੰਬਰ ਦੇ ਦਿੰਦਾ। ਪਰਸਨਲ ਫੋਨ ਨੰਬਰ ਦੇਣ ਦੇ ਨਾਲ ਮੰਤਰੀ ਜੀ ਇਸ ਸਮੱਸਿਆ ਦਾ ਹੱਲ ਨਹੀਂ ਹੋਣਾ। ਮੁੱਖ ਮੰਤਰੀ ਸਾਹਿਬ ਨੂੰ ਇਹ ਅਪੀਲ ਹੈ ਕਿ ਜੇ ਕੁਝ ਹੋ ਸਕਦਾ ਇਸ ਵੇਲੇ ਪੰਜਾਬ ਦੇ ਵਿੱਚ, ਜਿੱਥੋਂ ਲੋਕਾਂ ਨੂੰ ਕੁਝ ਬਚਾਇਆ ਜਾ ਸਕਦਾ, ਤਾਂ ਇਹ ਪ੍ਰਾਈਵੇਟ ਹਸਪਤਾਲਾਂ ਨੂੰ ਤੁਰੰਤ ਸਰਕਾਰ ਆਪਣੇ ਪ੍ਰਬੰਧ ਦੇ ਹੇਠ ਲੈ ਲਵੇ। ਬੇਸ਼ੱਕ 2 ਮਹੀਨੇ ਦੀ ਲੈ ਲੇ, ਮਹੀਨੇ ਦੀ ਲੈ ਲੇ, ਪਹਿਲਾਂ 3 ਮਹੀਨਿਆਂ ਲਈ ਲੈ ਲੇ। ਇਹ ਤੋਂ ਬਿਨਾਂ ਚਾਰਾ ਹੋਰ ਕੋਈ ਨਹੀਂਗਾ। ਸਰਕਾਰੀ ਢਾਂਚਾ ਉਹਦੇ ਪੱਲੇ ਕੁਝ ਨਹੀਂ ਹੈਗਾ, ਇਹ ਸਭ ਨੂੰ ਪਤਾ। ਉੱਥੇ ਵਿਚਾਰੇ ਜਿਹੜੇ ਡਾਕਟਰ ਨੇ, ਨਰਸਿਸ ਨੇ, ਬਾਕੀ ਅਮਲਾ ਹੈ, ਇਹਨਾਂ ਦੀ ਮਦਦ ਕਰਨ ਵਾਲਾ ਹੈ, ਹੇਠਲੇ ਪੱਧਰ ਤੱਕ ਨੇ, ਉਹਨਾਂ ਦੇ ਉੱਤੇ ਬਹੁਤ ਵੱਡਾ ਇਸ ਵੇਲੇ ਦਿਮਾਗੀ ਜਿਹੜਾ ਉਹ ਬੋਝ ਹੈ। ਕਿਉਂਕਿ ਢਾਂਚਾ ਉਹਨਾਂ ਦਾ, ਉਹਨਾਂ ਵਿਚਾਰਿਆਂ ਦੀ ਗਿਣਤੀ ਥੋੜੀ ਹੈ ਡਾਕਟਰਾਂ ਦੀ, ਉਹਨਾਂ ਦਾ ਕਸੂਰ ਨਹੀਂ ਕੱਢਿਆ ਜਾ ਸਕਦਾ। ਲੋਕ ਗਾਲਾਂ ਕੱਢਦੇ ਆ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ। ਉਹ ਕੀ ਕਰਨ? ਉਹਨਾਂ ਨੇ ਉਹ ਢਾਂਚਾ ਚਲਾਉਣਾ ਜੋ ਸਰਕਾਰਾਂ ਨੇ ਬਣਾ ਕੇ ਦਿੱਤਾ। ਸਰਕਾਰਾਂ ਨੇ ਕਿਹੋ ਜਿਹਾ ਢਾਂਚਾ ਬਣਾ ਕੇ ਦਿੱਤਾ, ਇਹਦੀ ਗੱਲ ਬਾਰ-ਬਾਰ ਹੁੰਦੀ ਹੈ, ਰੋਜ਼ ਉਹ ਰਿਪੀਟ ਕਰਨ ਦੀ ਲੋੜ ਨਹੀਂ। ਲੋਕ ਸਮਝਣਗੇ ਜਾਂ ਨਹੀਂ ਸਮਝਣਗੇ, ਇਹ ਲੋਕਾਂ ਦੇ ਉੱਤੇ ਨਿਰਭਰ ਹੈ। ਕੁਝ ਘਟਨਾਵਾਂ ਪਿਛਲੇ 24 ਘੰਟਿਆਂ ਦੇ ਦੌਰਾਨ ਵਾਪਰੀਆਂ ਨੇ ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਖਾਸ ਤੌਰ ਦੇ ਉੱਤੇ ਅੰਮ੍ਰਿਤਸਰ ਸ਼ਹਿਰ ਦੇ ਨੇੜੇ ਤੇੜੇ ਪ੍ਰਾਈਵੇਟ ਹਸਪਤਾਲਾਂ ਦੇ ਵੱਲੋਂ ਅੰਨ੍ਹੇਵਾਹ ਲੁੱਟ ਕੀਤੀ ਜਾ ਰਹੀ ਹੈ। ਅੱਜ ਕੁਝ ਥਾਵਾਂ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਛਾਪੇ ਪੈਣ ਦੀਆਂ ਵੀ ਖਬਰਾਂ ਨੇ। ਛਾਪਿਆਂ ਦੇ ਨਾਲ ਕੀ ਇਹ ਸਮੱਸਿਆ ਹੱਲ ਹੋ ਜੂਗੀ? ਮੇਰੀ ਜਾਚੇ ਨਹੀਂ। ਛਾਪੇ ਮਾਰ ਕੇ ਇਹਨਾਂ ਹਸਪਤਾਲਾਂ ਨੂੰ ਪਰੇਸ਼ਾਨ ਕੀਤਾ ਜਾਊਗਾ। ਫਿਰ ਇਹ ਆਪਾਂ ਪਿਛਲੇ ਸਾਲ ਜਦੋਂ ਕਰੋਨਾ ਵਾਇਰਸ ਆਇਆ ਉਦੋਂ ਦੇਖਿਆ ਸੀ, ਇਹ ਲੋਕ ਜਿੰਦਰੇ ਲਾ ਕੇ ਭੱਜ ਗਏ ਸੀ। ਪ੍ਰਾਈਵੇਟ ਹਸਪੀਟਲ ਜਿੰਦਰਾ ਲਾ ਕੇ ਫਿਰ ਭੱਜ ਜਾਣਗੇ, ਫਿਰ ਕੀ ਬਣੂਗਾ? ਅੱਜ ਡਿਸਪੈਂਸਰੀਆਂ ਦਾ ਸਿਸਟਮ ਜਿਹੜਾ ਇਥੋਂ ਨੈਸ਼ਨਲ ਜਿਹੜੀ ਅਖਬਾਰ ਹੈ ਭਾਸਕਰ ਨੇ ਲੰਬੀ ਹਲਕੇ ਦਾ ਦੱਸਿਆ ਕਿ ਲੰਬੀ ਹਲਕੇ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ। ਉਹ ਹਲਕਾ ਜਿੱਥੋਂ 5 ਵਾਰੀ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਨੇ ਪ੍ਰਕਾਸ਼ ਸਿੰਘ ਬਾਦਲ ਹੁਰੀ। ਜੇ ਅੱਜ ਉਹਨਾਂ VIP ਹਲਕਿਆਂ ਦਾ ਇਹ ਹਾਲ ਹੈ, ਪਟਿਆਲੇ ਦਾ ਹਾਲਾਤ ਦੇਖ ਲਓ। ਪਟਿਆਲੇ ਦੇ ਰਜਿੰਦਰਾ ਹਸਪੀਟਲ ਦੇ ਉੱਤੇ ਬਹੁਤ ਵੱਡਾ ਬੋਝ ਹੈ। ਜਦੋਂ ਹਨੇਰਾ ਪੈਂਦਾ
ਫਿਰ ਮ੍ਰਿਤਕ ਦੇਹਾਂ ਜਿਹੜੀਆਂ ਉਹ ਕੱਢੀਆਂ ਜਾਂਦੀਆਂ ਨੇ। ਇਹ ਸਰਕਾਰੀ ਤੰਤਰ ਦਾ ਹਾਲ ਹੈ। ਪ੍ਰਾਈਵੇਟ ਜਿਹੜੇ ਨੇ ਉਹਨਾਂ ਨੂੰ ਇਹ ਮੌਕਾ ਮਿਲਿਆ ਲੱਗਦਾ, ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਉਠਾ ਲੈਣਾ ਚਾਹੁੰਦੇ ਆ। ਜਿੰਨੇ ਚੰਮ ਲੈਂਦੇ ਆ ਉਹ ਲੋਕਾਂ ਦੀ ਲਾਹ ਲੈਣੀ ਚਾਹੁੰਦੇ ਆ। ਸਾਰੇ ਨਹੀਂ, ਪਰ ਬਹੁਤ ਸਾਰੇ ਇਹਦੇ ਵਿੱਚ ਵੱਡੇ ਅਦਾਰੇ ਵੀ ਸ਼ਾਮਲ ਨੇ। ਪਿਮਸ ਜਿਹੜਾ ਉੱਥੋਂ ਜਿਹੜੀ ਖਬਰ ਆ ਰਹੀ ਹੈ, ਵਿਅਕਤੀ ਦੀ, ਨੌਜਵਾਨ ਦੀ ਉੱਥੇ ਮੌਤ ਹੋਈ, ਉਹ ਆਪਣੀ ਮਾਂ ਨੂੰ ਮੈਸੇਜ ਕਰਦਾ ਕਿ ਹੁਣ ਤੁਸੀਂ ਮੇਰੀ ਡੈੱਡ ਬੋਡੀ ਲੈ ਜਾਣਾ, ਮੇਰੀ ਮੌਤ ਯਕੀਨੀ ਹੈ। ਉਹ ਕਹਿੰਦਾ ਮੈਨੂੰ ਆਕਸੀਜਨ ਨਹੀਂ ਦਿੱਤੀ ਜਾ ਰਹੀ, ਮੈਨੂੰ ਸਾਹ ਲੈਣ 'ਚ ਬਹੁਤ ਤਕਲੀਫ ਹੋ ਰਹੀ ਹੈ। ਜਿਹੜਾ ਉਹਦਾ ਬਿੱਲ ਹੈ ਉਹਦੇ ਵਿੱਚ ਆਕਸੀਜਨ ਤੇ ਵੈਂਟੀਲੇਟਰ ਦਾ ਸਾਰਾ ਕੁਝ ਲੱਗ ਕੇ ਆਇਆ ਹੋਇਆ। ਉਹ ਕਿਉਂਕਿ ਉਹਦੀ ਡੈਥ ਹੋ ਗਈ, ਉਹਦੀ ਮਦਰ ਜਿਹੜੀ ਹੈ ਉਹ ਇਨਸਾਫ ਦੀ ਆਸ ਦੇ ਵਿੱਚ ਹੈ। ਇਹ ਦੱਸਿਆ ਜਾਵੇ ਕਿ ਉਹਦੇ ਮੁੰਡੇ ਨੂੰ ਕੀ ਆਕਸੀਜਨ ਨਹੀਂ ਸੀ ਲਾਈ ਗਈ। ਡਾਕਟਰ ਨੂੰ ਜਦੋਂ ਕੰਪਲੇਂਟ ਕੀਤੀ ਆ ਉਹਦੀ ਮਾਂ ਨੇ, ਤਾਂ ਡਾਕਟਰ ਇਹ ਕਹਿੰਦਾ ਮੈਂ ਜਾ ਕੇ ਵੇਖਦਾ, ਜੇ ਉਹਨੂੰ ਆਕਸੀਜਨ ਲੱਗੀ ਹੋਈ ਤਾਂ ਮੈਂ ਆ ਕੇ ਤੇਰੇ ਥੱਪੜ ਮਾਰੂੰਗਾ। ਇਹ ਉੱਥੇ ਪਿਮਸ ਦੇ ਵਿੱਚ ਡਾਕਟਰ ਜਿਹੜਾ ਉਹ ਇਹ ਗੱਲ ਕਹਿੰਦਾ। ਪਿਮਸ ਪੰਜਾਬ ਦੇ ਲੋਕਾਂ ਦਾ ਹੈ, ਪੰਜਾਬ ਦੇ ਲੋਕਾਂ ਦਾ ਇਸ ਤਰ੍ਹਾਂ ਦਾ ਕਿ ਉਹ ਪ੍ਰਾਈਮ ਲੋਕੇਸ਼ਨ ਦੇ ਉੱਤੇ ਬਣਿਆ ਹੋਇਆ, ਲੋਕਾਂ ਦੀ ਜਗ੍ਹਾ, ਪੰਜਾਬ ਸਰਕਾਰ ਦੀ ਜਗ੍ਹਾ, ਟੈਕਸ ਪੇਅਰ ਦੇ ਪੈਸੇ ਦੇ ਨਾਲ ਉਹਦਾ ਢਾਂਚਾ ਖੜਾ ਹੋਇਆ। ਮੁੜ ਕੇ ਪਿਛਲੀ ਸਰਕਾਰ ਨੇ ਆਪਣੇ ਇੱਕ MLA ਨੂੰ ਦੇ ਦਿੱਤਾ ਚਲਾਉਣ ਦੇ ਵਾਸਤੇ। ਉਹਨਾਂ ਕੋਲ ਕੀ ਚੱਲਣਾ ਸੀ। ਨਵੀਂ ਸਰਕਾਰ ਜਦੋਂ ਆਈ ਕਾਂਗਰਸ ਦੀ, ਤੇ ਉਹਨਾਂ ਨੇ ਇੱਕ ਵੱਡੇ ਪ੍ਰਾਈਵੇਟ ਅਦਾਰੇ ਨੂੰ, ਜਿਨ੍ਹਾਂ ਦੇ ਬਹੁਤ ਸਾਰੇ ਹਸਪਤਾਲ ਨੇ, ਉਹਨਾਂ ਨੂੰ ਠੇਕੇ ਦੇ ਦਿੱਤਾ। ਮੈਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਮੇਰੀ ਜਾਣਕਾਰੀ ਦੇ ਮੁਤਾਬਕ ਸ਼ਾਇਦ ਉਹ ਠੇਕੇ ਦੇ ਪੈਸੇ ਨਹੀਂ ਦਿੱਤੇ ਜਾ ਰਹੇ। ਇਹ ਕਿਹਾ ਜਾ ਰਿਹਾ ਜੀ ਸਾਨੂੰ ਉੱਥੇ ਘਾਟਾ ਪੈਂਦਾ, ਇਸ ਕਰਕੇ ਅਸੀਂ ਉਹ ਪੈਸੇ ਨਹੀਂ ਦੇ ਸਕਦੇ। ਪਿਮਸ ਵਾਲਾ ਜਿਹੜਾ ਹੋਇਆ, ਜ਼ੀਰਕਪੁਰ ਦੇ ਵਿੱਚ ਇੱਕ ਹਸਪੀਟਲ ਦੇ ਉੱਤੇ ਅੱਜ ਮਾਮਲਾ ਦਰਜ ਕੀਤਾ ਗਿਆ, ਜਿਹਨੇ ਦਾਖਲ ਕਰਦਿਆਂ ਸਾਰ ਮਰੀਜ਼ ਤੋਂ 50,000 ਰੁਪਈਆ ਲੈ ਲਿਆ। ਬਾਅਦ ਦੇ ਵਿੱਚ ਉਹ ਤੋਂ ਕਿੰਨੇ ਲੈਣੇ ਆ ਆਪਣੇ ਸਭ ਨੂੰ ਪਤਾ ਹੈ ਕਿ ਕਿਹੋ ਜਿਹੇ ਹਾਲਾਤ ਬਣਦੇ ਆ। ਜਿਹੜੀ ਬਾਰ-ਬਾਰ ਆਵਾਜ਼ ਮਾਰੀ ਜਾਂਦੀ ਆ, ਫਲਾਨਾ ਸਿਓ, ਫਲਾਨਾ ਕੁਮਾਰ, ਫਲਾਨਾ ਜਿਹੜਾ, ਉਹ ਛੇਤੀ ਦੇ ਨਾਲ ਸੰਪਰਕ ਕਰਨ ਦਾ ਮਤਲਬ ਇਹ ਹੁੰਦਾ ਪਹਿਲੇ ਪੈਸੇ ਮੁੱਕ ਗਏ, ਅਗਲੇ ਜਮ੍ਹਾਂ ਕਰਵਾ ਦਿਓ। ਕਿੰਨੀਆਂ ਮਹਿੰਗੀਆਂ ਜਿਹੜੀਆਂ ਉਹ ਦਵਾਈਆਂ ਮੰਗਵਾਈਆਂ ਜਾ ਰਹੀਆਂ ਨੇ, PPE ਕਿੱਟ ਜਿਹੜੀਆਂ ਨੇ ਉਹ ਮੰਗਵਾਈਆਂ ਜਾ ਰਹੀਆਂ ਨੇ ਮਰੀਜ਼ਾਂ ਤੋਂ। ਢੇਰ ਸਾਰੇ ਇੰਜੈਕਸ਼ਨ ਜਿਹੜੇ ਉਹ ਮੰਗਵਾਏ ਜਾ ਰਹੇ ਆ। ਜਦੋਂ ਇਹਦੇ ਇਲਾਜ ਦੇ ਵਾਸਤੇ ਅਜੇ ਇੰਨੀਆਂ ਦਵਾਈਆਂ ਅਵੇਲੇਬਲ ਨਹੀਂ, ਤੇ ਫਿਰ ਇਹ ਦਵਾਈਆਂ ਮਰੀਜ਼ ਤੋਂ ਕਿਉਂ ਮੰਗਵਾਈਆਂ ਜਾ ਰਹੀਆਂ ਨੇ। ਇੱਕ ਅਕਾਲੀ ਆਗੂ ਅੱਜ ਖੁਲਾਸਾ ਕਰ ਰਹੇ ਸੀਗੇ, ਬਿਕਰਮ ਸਿੰਘ ਮਜੀਠੀਆ ਹੋਰੀ, ਇੱਕ ਪ੍ਰੈਸ ਕਾਨਫਰੰਸ ਦੇ ਵਿੱਚ, ਕਿ 15 ਲੱਖ ਰੁਪਈਆ ਬਿੱਲ ਇੱਕ ਜਿਹੜਾ ਉਹ ਵਿਅਕਤੀ ਦਾ ਬਣਿਆ। ਉਹ 15 ਲੱਖ ਬਿੱਲ ਉਹਨਾਂ ਨੇ ਕਾਹਦਾ ਬਣਾਤਾ? ਇੱਕ ਪ੍ਰਾਈਵੇਟ ਹਸਪੀਟਲ ਦਾ, ਉਹ ਅੰਮ੍ਰਿਤਸਰ ਦਾ ਹਸਪੀਟਲ ਆ, ਇਹ ਜ਼ੀਰਕਪੁਰ ਦਾ, ਜਿਹਨੇ ਮਰੀਜ਼ ਆਉਂਦਿਆਂ ਸਾਰ 50,000 ਰੁਪਈਆ ਜਿਹੜਾ ਸੀਗਾ ਉਹ ਇਹਨਾਂ ਤੋਂ ਲੈ ਲਿਆ। ਇਹ ਗੱਲ ਕੋਈ ਅੰਮ੍ਰਿਤਸਰ ਜਾਂ ਜ਼ੀਰਕਪੁਰ ਜਾਂ ਜਲੰਧਰ ਦੀ ਨਹੀਂ ਆ, ਓਵਰਆਲ ਇਹ ਭਾਣਾ ਲੋਕਾਂ ਦੇ ਨਾਲ ਵਰਤ ਰਿਹਾ। ਸਰਕਾਰੀ ਹਸਪੀਟਲਾਂ ਦੇ ਵਿੱਚ ਜਗ੍ਹਾ ਨਹੀਂ, ਵੈਂਟੀਲੇਟਰ ਕੰਮ ਨਹੀਂ ਕਰਦੇ, ਵੈਂਟੀਲੇਟਰ ਜਿਹੜੇ ਨੇ ਉਹ ਖਰਾਬ ਹੋਏ ਨੇ, ਸਭ ਨੂੰ ਪਤਾ, ਇਹ ਤਾਂ ਸਭ ਦੇ ਸਾਹਮਣੇ ਆ ਗਿਆ। ਸਰਕਾਰ ਮੰਨੀ ਬੈਠੀ ਹੈ ਕਿ ਉਹ ਜਿਹੜੇ ਵੈਂਟੀਲੇਟਰ ਆਏ ਸੀ ਉਹ ਕੰਮ ਨਹੀਂ ਸੀ ਕਰਦੇ, ਤਾਂ ਸਮੇਂ ਸਿਰ ਉਹਨਾਂ ਨੂੰ ਠੀਕ ਕਿਉਂ ਨਹੀਂ ਕਰਵਾਇਆ ਗਿਆ। ਮੁੱਖ ਮੰਤਰੀ ਸਾਹਿਬ ਅੱਜ ਸਰਪੰਚਾਂ ਦੇ ਨਾਲ ਫੇਸਬੁੱਕ ਦੇ ਰਾਹੀਂ ਗੱਲਬਾਤ ਕਰ ਰਹੇ ਸੀ, ਆਨਲਾਈਨ ਜਿਹੜੇ ਉਹਦੇ ਨਾਲ, ਕਿ ਇਹਦੇ ਨਾਲ ਪਿੰਡਾਂ ਦੇ ਜਿਹੜੇ ਸਰਪੰਚ ਨੇ ਉਹ ਹੁਣ ਵਿਚਾਰੇ ਡਾਕਟਰ ਥੋੜੀ ਨਾ ਬਣ ਜਾਣਗੇ ਕੱਲ ਨੂੰ। ਉਹ ਤਾਂ ਸਰਕਾਰ ਦਾ ਇੱਕ ਪ੍ਰੋਗਰਾਮ ਅੱਗੇ ਦੱਸ ਸਕਦੇ ਆ ਕਿ ਜੀ ਟੈਸਟ ਹੋ ਰਹੇ ਆ, ਟੈਸਟ ਕਰਵਾਉਣ ਦੇ ਵਾਸਤੇ ਇਹ ਟੈਸਟ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਕਿੱਥੇ ਹੋ ਰਹੇ ਆ? ਇੱਕ ਬਹੁਤ ਵੱਡਾ ਸਵਾਲ ਹੈ। ਪਿਛਲੇ ਸਾਲ ਘੱਟੋ ਘੱਟ ਸਰਕਾਰ ਨੇ ਕੁਝ ਟੈਸਟਿੰਗ ਸੈਂਟਰ ਖੋਲ੍ਹੇ ਸੀ, ਐਤਕੀ ਉਹ ਵੀ ਨਹੀਂ ਖੋਲ੍ਹੇ। ਕੋਵਿਡ ਸੈਂਟਰ ਸਰਕਾਰ ਨੇ ਬਹੁਤ ਸਾਰੇ ਪਿਛਲੇ ਸਾਲ ਬਣਾ ਲਏ ਸੀ, ਐਤਕੀ ਉਹ ਵੀ ਨਹੀਂ ਬਣਾਏ। ਕੁਝ ਪਿੰਡਾਂ ਥਾਵਾਂ ਦੇ ਉੱਤੇ ਲੋਕਾਂ ਨੇ, ਪੰਚਾਇਤਾਂ ਨੇ ਆਪ ਕੋਸ਼ਿਸ਼ ਕਰਕੇ ਕੋਵਿਡ ਸੈਂਟਰ ਬਣਾਏ। ਉਹਨਾਂ ਨੂੰ ਕੁਝ ਥਾਵਾਂ ਦੇ ਉੱਤੇ ਤਾਂ ਇਹ ਕਹਿ ਦਿੱਤਾ ਗਿਆ ਵੀ ਇਹ ਠੀਕ ਹੀ ਨਹੀਂ ਹੈਗੇ, ਇਹ ਗਲਤ ਬਣੇ ਨੇ। ਚਲੋ ਗਲਤ ਸੀ ਤੇ ਉਹਨਾਂ ਦੇ ਵਿੱਚ ਸਹੀ ਕਰਵਾ ਕੇ ਉਹਨਾਂ ਨੂੰ
ਨਾਲ ਜੋੜ ਲਿਆ ਜਾਂਦਾ ਕਿਸੇ ਰੂਪ ਦੇ ਵਿੱਚ। ਕੁਝ ਲੋਕ ਤਾਂ ਉੱਥੇ ਦਾਖਲ ਹੁੰਦੇ, ਅਜਿਹਾ ਨਹੀਂ ਕੀਤਾ ਗਿਆ। ਹੁਣ ਜਿਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਨੇ, ਜਿੰਨੀਆਂ ਮੌਤਾਂ ਹੋ ਰਹੀਆਂ ਨੇ, ਜਿੰਨੇ ਕੇਸ ਆ ਰਹੇ ਆ, ਟੈਸਟਿੰਗ ਤਾਂ ਹੈ ਨਹੀਂ। ਜੇ ਟੈਸਟਿੰਗ ਹੋਵੇ ਤੇ ਹਾਲਾਤ ਜਿਹੜੇ ਆ ਉਹ ਪਿੰਡ ਭੂੰਦੜ ਵਰਗੇ ਹੋਣ, ਜਿੱਥੇ 500 ਦੇ ਕਰੀਬ ਆਬਾਦੀ ਆ, 168 ਦੇ ਕਰੀਬ ਜਿਹੜੇ ਨੇ ਉਹ ਉੱਥੇ ਪੋਜ਼ਿਟਿਵ ਆਏ। ਜੇ ਸਾਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਟੈਸਟਿੰਗ ਹੋਵੇ ਤਾਂ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਪੋਜ਼ਿਟਿਵ ਆ ਸਕਦੇ ਆ। ਸਰਕਾਰ ਨੂੰ ਬਿਨਾਂ ਦੇਰੀ ਕੀਤਿਆਂ, ਮੁੱਖ ਮੰਤਰੀ ਸਾਹਿਬ ਨੂੰ ਬਿਨਾਂ ਦੇਰੀ ਕੀਤਿਆਂ ਪ੍ਰਾਈਵੇਟ ਹਸਪਤਾਲ ਉਹਨਾਂ ਨੂੰ ਸਰਕਾਰੀ ਪ੍ਰਬੰਧਾਂ ਹੇਠ ਲੈਣਾ ਚਾਹੀਦਾ। ਤੁਰੰਤ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਕਿਉਂਕਿ ਇੱਕ ਤਾਂ ਲੋਕਾਂ ਦਾ ਜਿਹੜਾ ਇਲਾਜ ਹੈ ਉਹ ਹੋਵੇ। ਜਿਹੜੇ ਅੱਜ ਰੇਟ ਦੱਸੇ ਜਾ ਰਹੇ ਆ, ਐਂਬੂਲੈਂਸ ਦੇ ਇੰਨੇ ਰੇਟ, ਇੱਕ ਦਿਨ ਦੇ ਬੈੱਡ ਦੇ ਇੰਨੇ ਰੇਟ, ਵੈਂਟੀਲੇਟਰ ਦੇ ਇੰਨੇ ਰੇਟ, ਆਕਸੀਜਨ ਦੇ ਇੰਨੇ ਰੇਟ, ਉਹ ਰੇਟ ਇੰਨੇ ਆ, ਆਮ ਬੰਦਾ ਇਲਾਜ ਨਹੀਂ ਕਰਵਾ ਸਕਦਾ ਪ੍ਰਾਈਵੇਟ ਹਸਪੀਟਲਾਂ ਤੋਂ। ਕੀ ਆਮ ਬੰਦੇ ਨੂੰ ਮਰਨ ਦੇ ਵਾਸਤੇ ਛੱਡ ਦਿੱਤਾ ਜਾਵੇ? ਫਿਰ ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ। ਸਰਕਾਰਾਂ ਨੂੰ ਇਹ ਜ਼ਿੰਮੇਵਾਰੀ ਇਸ ਪੈਂਡੈਮਿਕ ਦੇ ਸਮੇਂ ਦੇ ਉੱਤੇ, ਇਸ ਮਹਾਮਾਰੀ ਦੇ ਸਮੇਂ ਦੇ ਉੱਤੇ ਲੈਣੀ ਪਊਗੀ। ਲੋਕ ਜਿਹੜੇ ਨੇ ਉਹ ਦਬਾਅ ਬਣਾਉਣ, ਪਿੰਡਾਂ ਦੇ ਸਰਪੰਚ ਜਿਹੜੇ ਨੇ ਉਹ ਆਪੋ ਆਪਣੇ ਹਲਕੇ ਦੇ ਐਮਐਲਏ ਦੇ ਉੱਤੇ ਦਬਾਅ ਬਣਾਉਣ ਕਿ ਸਰਕਾਰ ਤੱਕ ਸਾਡੀ ਗੱਲ ਪਹੁੰਚਾਓ। ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰ ਆਪਣੇ ਪ੍ਰਬੰਧਾਂ ਦੇ ਹੇਠ ਲਵੇ। ਜਿਵੇਂ ਮੈਂ ਕਿਹਾ, ਚਾਹੇ ਮਹੀਨੇ ਵਾਸਤੇ ਲੈ ਲਓ, 2 ਮਹੀਨੇ ਵਾਸਤੇ ਲੈ ਲਓ। 2 ਮਹੀਨੇ ਵਾਸਤੇ ਲੈਣਾ ਨਹੀਂ ਸਰਕਾਰ ਨੇ, ਮਹੀਨੇ ਵਾਸਤੇ, ਘੱਟੋ ਘੱਟ ਮਹੀਨੇ ਵਾਸਤੇ ਪਹਿਲਾਂ ਜਿਹੜਾ ਲਵੇ। ਉਦੋਂ ਬਾਅਦ ਜੇ ਕੰਟਰੋਲ ਹੁੰਦਾ ਦਿਸਦਾ ਤਾਂ ਬੇਸ਼ੱਕ ਉਹਨਾਂ ਪ੍ਰਾਈਵੇਟ ਹਸਪਤਾਲਾਂ ਨੂੰ ਫਿਰ ਉਹ ਛੱਡ ਦੇਵੇ। ਹਾਲ ਦੀ ਘੜੀ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੇ ਪ੍ਰਬੰਧ ਹੇਠ ਲੈਣਾ ਇੱਕ ਇਲਾਜ ਹੋ ਸਕਦਾ। ਇਸ ਮਹਾਮਾਰੀ ਦੇ ਵਿੱਚ ਆਮ ਲੋਕਾਂ ਦੀ ਬਾਹ ਜਿਹੜੀ ਉਹ ਫੜੀ ਜਾ ਸਕਦੀ ਹੈ। ਇਹਦੇ ਵਾਸਤੇ ਜਿਹੜੀ ਆ ਉਹ ਨੀਅਤ ਚਾਹੀਦੀ ਹੋਊਗੀ ਔਰ ਫੈਸਲੇ, ਸਖਤ ਫੈਸਲੇ, ਕਠੋਰ ਫੈਸਲੇ ਲੈਣ ਦੀ ਸਮਰੱਥਾ, ਜਿਹੜੀ ਵਿਲ ਪਾਵਰ ਹੈ, ਉਹ ਚਾਹੀਦੀ ਹੋਊਗੀ। ਜਿੰਨੇ ਐਮਐਲਏ ਸਾਹਿਬਾਨ ਨੇ, 117 ਦੇ 17 ਕਿਸੇ ਵੀ ਉਹ ਪਾਰਟੀ ਦੇ ਨਾਲ ਸੰਬੰਧਿਤ ਨੇ, ਇਸ ਮਾਮਲੇ ਦੇ ਉੱਤੇ ਪ੍ਰੈਸ ਕਾਨਫਰੰਸਾਂ ਕਰਕੇ, ਸਿਆਸਤ ਕਰਕੇ, ਪ੍ਰੈਸ ਰਿਲੀਜ਼ ਜਿਹੜੀਆਂ ਉਹ ਕਰਕੇ ਕੁਝ ਹੱਲ ਨਹੀਂ ਹੋਣਾ। ਮੁੱਖ ਮੰਤਰੀ ਹੋਰਾਂ ਤੱਕ ਇਹ ਦਬਾਅ ਜਿਹੜਾ ਉਹ ਪਹੁੰਚਾਇਆ ਜਾਵੇ ਕਿ ਇਹਨਾਂ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰ ਤੁਰੰਤ ਆਪਣੇ ਪ੍ਰਬੰਧ ਦੇ ਹੇਠ ਲਵੇ। ਪ੍ਰਾਈਵੇਟ ਹਸਪਤਾਲ ਜਿਹੜੇ ਉਹਦੇ ਓਨਰ ਨੇ ਉਹ ਬਹੁਤ ਸਾਰੇ ਪੈਸੇ ਕਮਾਉਂਦੇ ਨੇ, ਅੰਨਾ ਪੈਸਾ ਉਹ ਕਮਾਉਂਦੇ ਨੇ ਪੰਜਾਬ 'ਚੋਂ। ਇਹ ਸਮਾਂ ਜਿਹੜਾ ਉਹਨਾਂ ਦੇ ਵੀ ਇਨਸਾਨੀਅਤ ਵਿਖਾਉਣ ਦਾ। ਤੁਸੀਂ ਪੈਸੇ ਕਮਾ ਲਿਓ, ਲੋਕ ਜਿਉਂਦੇ ਰਹੇ ਤੁਹਾਨੂੰ ਬਹੁਤ ਸਾਰੇ ਪੈਸੇ ਦੇ ਦੇਣਗੇ। ਲੋਕ ਹੀ ਮਰ ਗਏ ਤਾਂ ਤੁਸੀਂ ਇਹ ਹਸਪੀਟਲ ਫਿਰ ਕੀ ਲਾਸ਼ਾਂ ਦੇ ਉੱਤੇ ਚਲਾਓਗੇ? ਬਹੁਤ ਮਾੜੀ ਸਿਚੁਏਸ਼ਨ ਜਿਹੜੀ ਉਹ ਬਣਦੀ ਜਾ ਰਹੀ ਹੈ। ਡਾਕਟਰੀ ਕਿੱਤਾ ਜਿਹੜਾ ਉਹ ਕਦੇ ਵੀ ਬਿਜ਼ਨਸ ਦਾ ਕਿੱਤਾ ਨਹੀਂ ਸੀ ਹੁੰਦਾ, ਅੱਜ ਬਣਦਾ ਜਾ ਰਿਹਾ। ਇਹ ਬਦਕਿਸਮਤੀ ਹੈ। ਆਮ ਬੰਦਾ ਚੁਫੇਰੇ ਤੋਂ ਪਿਸ ਰਿਹਾ। ਸਰਕਾਰ ਤੁਰੰਤ ਇਸ ਮਾਮਲੇ ਦੇ ਉੱਤੇ ਤੁਰੰਤ ਐਕਸ਼ਨ ਲਵੇ ਔਰ ਇਹਨਾਂ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਪ੍ਰਬੰਧ ਦੇ ਹੇਠ ਲੈ ਕੇ ਆਵੇ, ਟੈਂਪਰੇਰੀ ਤੌਰ ਦੇ ਉੱਤੇ। ਉਮੀਦ ਹੈ ਕਿ ਇਸ ਸੁਨੇਹੇ ਨੂੰ ਅੱਗੇ ਪਹੁੰਚਾਉਣ ਦੇ ਵਿੱਚ ਤੁਸੀਂ ਮਦਦ ਕਰੋਗੇ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਰਲ ਮਿਲ ਕੇ ਆਪਾਂ ਇਹ ਆਵਾਜ਼ ਪਹੁੰਚਾ ਸਕੀਏ। ਸਤਿ ਸ਼੍ਰੀ ਅਕਾਲ।